ਪਿਆਰੇ ਦੋਸਤੋ, ਅੱਜ ਫਰੈਂਡਸ਼ਿਪ ਡੇ ਜਾਂ ਮਿੱਤਰਤਾ ਦਿਵਸ ਹੈ। ਮਨੁੱਖੀ ਰਿਸ਼ਤਿਆਂ ਦੀ ਅਹਿਮੀਅਤ ਨੂੰ ਯਾਦ ਰੱਖਣ ਲਈ ਅਜਿਹੇ ਬਹੁਤ ਸਾਰੇ ਦਿਨ ਸਾਲ ਵਿੱਚ ਆਉਂਦੇ ਹਨ ਜੋ ਜੀਵਨ ਵਿੱਚ ਹਰੇਕ ਰਿਸ਼ਤੇ ਦੀ ਮਹੱਤਤਾ ਅਤੇ ਉਸ ਦੀ ਲੋੜ ਤੇ ਗੌਰ ਕਰਨ ਦਾ ਸਮਾਂ ਸਾਨੂੰ ਦਿੰਦੇ ਹਨ। ਅਸੀਂ ਪਿਤਾ ਦਿਵਸ, ਮਾਤਾ ਦਿਵਸ, ਬਾਲ ਦਿਵਸ ਆਦਿ ਦਿਵਸ ਨੂੰ ਹਰ ਸਾਲ ਆਉਂਦਾ ਵੇਖਦੇ ਹਾਂ ਅਤੇ ਕੁਝ ਦਿਨਾਂ ਬਾਅਦ ਹੀ ਅਸੀਂ ਆਪਣੇ ਦੇਸ਼ ਦੇ ਆਜ਼ਾਦੀ ਦਿਵਸ ਨੂੰ ਵੀ ਮਨਾਵਾਂਗੇ। ਅੱਜ ਦਾ ਦਿਨ ਮਨੁੱਖੀ ਰਿਸ਼ਤਿਆਂ ਵਿੱਚ ਇੱਕ ਅਹਿਮ ਰਿਸ਼ਤੇ ਦੋਸਤੀ ਦੀ ਭੂਮਿਕਾ ਨੂੰ ਯਾਦ ਕਰਾਉਂਦਾ ਹੈ। ਸੰਸਾਰਿਕ ਦੋਸਤੀ ਦੀਆਂ ਕਈ ਮਿਸਾਲਾਂ ਸਾਨੂੰ ਇਸ ਸੰਸਾਰ ਵਿੱਚ ਮਿਲਦੀਆਂ ਹਨ। ਬਹੁਤ ਸਾਰੇ ਮਿੱਤਰ ਅੱਜ ਦੇ ਦਿਨ ਆਪਣੀ ਮਿੱਤਰਤਾ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ ਅਤੇ ਉਹਨਾਂ ਯਾਦਗਾਰ ਸਮਿਆਂ ਨੂੰ ਯਾਦ ਕਰਦੇ ਹਨ ਜੋ ਉਹਨਾਂ ਇਕੱਠੇ ਬਿਤਾਏ ਸਨ। ਪਿਆਰਿਓ, ਮਿੱਤਰਤਾ ਇਨਸਾਨ ਦੀ ਇੱਕ ਸਭ ਤੋਂ ਅਹਿਮ ਲੋੜ ਹੈ। ਅੱਜ ਮਿੱਤਰਤਾ ਦੇ ਸੰਬੰਧ ਵਿੱਚ ਹੀ ਅਸੀਂ 3 ਗੱਲਾਂ ਤੇ ਗੌਰ ਕਰਾਂਗੇ ਤੇ ਵੇਖਾਂਗੇ ਕਿ ਕੌਣ ਸਾਡਾ ਸੱਚਾ ਮਿੱਤਰ ਹੋ ਸਕਦਾ ਹੈ। ਬਜ਼ੁਰਗ, ਮਿੱਤਰ, ਬੱਚੇ, ਹਰ ਕਿਸੇ ਨੂੰ ਦੋਸਤ ਦੀ ਲੋੜ ਹੁੰਦੀ ਹੈ। ਇਸ ਲਈ ਸਿਖਾਉਣ ਦੀ ਲੋੜ ਨਹੀਂ ਪੈਂਦੀ। ਇਹ ਮਨੁੱਖ ਦੇ ਅੰਦਰ ਵਸਦੀ ਹੋਈ ਇੱਕ ਲੋੜ ਹੈ। ਬਾਈਬਲ ਵੀ ਇਸ ਰਿਸ਼ਤੇ ਨੂੰ ਨਜ਼ਰਅੰਦਾਜ਼ ਨਹੀਂ ਕਰਦੀ ਹੈ। ਦਾਊਦ ਅਤੇ ਯੋਨਾਥਨ ਦੀ ਦੋਸਤੀ ਬਾਈਬਲ ਵਿੱਚ ਬਹੁਤ ਵਿਸਤਾਰ ਨਾਲ ਬਿਆਨ ਕੀਤੀ ਗਈ ਹੈ। 3000 ਤੋਂ ਵੀ ਵੱਧ ਕਹਾਵਤਾਂ ਲਿਖਣ ਵਾਲੇ ਰਾਜਾ ਸੁਲੇਮਾਨ ਨੇ ਇੱਕ ਵਾਰ ਲਿਖਿਆ ਸੀ, ਮਿੱਤਰ ਹਰ ਵੇਲੇ ਪ੍ਰੇਮ ਕਰਦਾ ਅਤੇ ਭਰਾ ਵਿਪਤਾ ਦੇ ਦਿਨ ਲਈ ਜੰਮਿਆ ਹੈ। ਇਹ ਦਿਲਚਸਪ ਹੈ ਕਿ ਬਾਈਬਲ ਹਰ ਵਿਸ਼ੇ ਤੇ ਸਾਨੂੰ ਸਿੱਖਿਆ ਦਿੰਦੀ ਹੈ। ਪਰਮੇਸ਼ੁਰ ਜਾਣਦਾ ਸੀ ਕਿ ਇਨਸਾਨੀ ਰਿਸ਼ਤਿਆਂ ਵਿੱਚ ਮਿੱਤਰਤਾ ਦਾ ਰਿਸ਼ਤਾ ਇੱਕ ਅਹਿਮ ਰਿਸ਼ਤਾ ਹੈ, ਪਰ ਅੱਜ ਦੇ ਸੰਸਾਰ ਵਿੱਚ ਸੱਚੇ ਦੋਸਤਾਂ ਨੂੰ ਲੱਭਣਾ ਬਹੁਤ ਔਖਾ ਕੰਮ ਹੈ। ਬਹੁਤ ਸਾਰੇ ਚੰਗੇ ਅਖਵਾਉਂਦੇ ਦੋਸਤ ਵੀ ਕਈ ਵਾਰ ਧੋਖਾ ਦੇ ਜਾਂਦੇ ਹਨ। ਪਿਆਰਿਓ, ਪ੍ਰਭੂ ਯਿਸੂ ਜਦੋਂ ਇਸ ਸੰਸਾਰ ਤੇ ਸਨ ਤਾਂ ਉਹ ਮਨੁੱਖ ਦੀ ਇਸ ਲੋੜ ਨੂੰ ਚੰਗੀ ਤਰੀਕੇ ਨਾਲ ਸਮਝ ਗਏ ਸਨ। ਉਹਨਾਂ ਨੇ ਆਪਣੇ ਚੇਲਿਆਂ ਨੂੰ ਦੋਸਤ ਆਖਿਆ ਅਤੇ ਇਹਨਾਂ ਨਹੀਂ, ਉਹਨਾਂ ਉਸ ਦੋਸਤੀ ਨੂੰ ਬਖੂਬੀ ਨਿਭਾਇਆ ਵੀ। ਭਾਵੇਂ ਕਿ ਇਸ ਸੰਸਾਰ ਦੇ ਵਿੱਚ ਸਾਡੇ ਕਈ ਮਿੱਤਰ ਹੁੰਦੇ ਹਨ, ਪਰ ਅੱਜ ਵੀ ਪ੍ਰਭੂ ਯਿਸੂ ਤੋਂ ਇਲਾਵਾ ਕੋਈ ਵੀ ਹੋਰ ਉੱਤਮ ਮਿੱਤਰ ਨਹੀਂ ਹੋ ਸਕਦਾ ਹੈ। ਪ੍ਰਭੂ ਯਿਸੂ ਨੇ ਯਹੂਨਾ 15 ਅਧਿਆਇ ਉਸਦੀ 15 ਵਿੱਚ ਸਾਨੂੰ ਆਪਣੇ ਮਿੱਤਰ ਆਖਿਆ ਸੀ। ਆਓ ਅਸੀਂ 3 ਗੱਲਾਂ ਤੇ ਗੌਰ ਕਰੀਏ ਅਤੇ ਵੇਖੀਏ ਕਿ ਪ੍ਰਭੂ ਯਿਸੂ ਇਹਨਾਂ ਨੂੰ ਕਿਵੇਂ ਸਾਡਾ ਮਿੱਤਰ ਹੁੰਦੇ ਹੋਏ ਪੂਰਾ ਕਰਦਾ ਹੈ ਜਾਂ ਨਹੀਂ। ਨੰਬਰ 1, ਮਿੱਤਰਤਾ ਵਿੱਚ ਬਲੀਦਾਨ ਦੀ ਲੋੜ ਹੁੰਦੀ ਹੈ। ਫਰੈਂਡਸ਼ਿਪ ਨੀਡਸ ਸੈਕਰੀਫਾਈਸ। ਪ੍ਰਭੂ ਯਿਸੂ ਨੇ ਯਹੂਨਾ 15 ਅਧਿਆਇ ਉਸਦੀ 13 ਆਇਤ ਵਿੱਚ ਆਖਿਆ ਸੀ, ਇਹਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇਵੇ। ਪਿਆਰੇ, ਦੋਸਤੀ ਨਿਭਾਉਣ ਲਈ ਕਈ ਵਾਰੀ ਕਾਫੀ ਬਲੀਦਾਨ ਕਰਨੇ ਪੈਂਦੇ ਹਨ। ਸਾਨੂੰ ਆਪਣਾ ਸਮਾਂ, ਪੈਸਾ, ਸਰੋਤ ਵੀ ਕਈ ਵਾਰੀ ਬਲੀਦਾਨ ਕਰਨਾ ਪੈਂਦਾ ਹੈ। ਜਿਸ ਦੋਸਤੀ ਵਿੱਚ ਕੋਈ ਬਲੀਦਾਨ ਨਹੀਂ, ਉਹ ਦੋਸਤੀ ਕਦੇ ਵੀ ਗੂੜੀ ਨਹੀਂ ਹੁੰਦੀ। ਸੱਚੇ ਦੋਸਤ ਦੀ ਪਛਾਣ ਉਦੋਂ ਹੀ ਹੁੰਦੀ ਹੈ ਜਦੋਂ ਕਿਸੇ ਨਾ ਕਿਸੇ ਬਲੀਦਾਨ ਦੀ ਲੋੜ ਹੋਵੇ। ਜ਼ਰੂਰੀ ਨਹੀਂ ਕਿ ਮਿੱਤਰਤਾ ਸਿਰਫ ਹਰ ਵੇਲੇ ਜਾਨ ਦਾ ਬਲੀਦਾਨ ਹੀ ਮੰਗਦੀ ਹੈ, ਪਰ ਮਿੱਤਰਤਾ ਬਹੁਤ ਵਾਰ ਕਈ ਚੀਜ਼ਾਂ ਦੇ ਬਲੀਦਾਨ ਦੀ ਮੰਗ ਕਰਦੀ ਹੈ, ਜਿਸ ਵਿੱਚ ਸਾਡੇ ਸਮੇਂ, ਧਨ ਆਦਿ ਕਈ ਹੋਰ ਚੀਜ਼ਾਂ ਦਾ ਬਲੀਦਾਨ ਸ਼ਾਮਿਲ ਹੋ ਸਕਦਾ ਹੈ। ਪ੍ਰਭੂ ਯਿਸੂ ਨੇ ਆਖਿਆ ਕਿ ਆਪਣੇ ਮਿੱਤਰਾਂ ਲਈ ਜਾਨ ਦੇਣਾ ਹੀ ਸਭ ਤੋਂ ਵੱਡਾ ਪਿਆਰ ਹੈ। ਪਾਪ ਵਿੱਚ ਪਏ ਹੋਏ ਇਨਸਾਨ ਨੂੰ ਛੁਟਕਾਰਾ ਸਿਰਫ ਕੋਈ ਪਾਪ ਰਹਿਤ ਵਿਅਕਤੀ ਆਪਣੀ ਜਾਨ ਦੇ ਕੇ ਹੀ ਦਿਵਾ ਸਕਦਾ ਸੀ। ਜਦੋਂ ਪ੍ਰਭੂ ਯਿਸੂ ਨੇ ਸਾਨੂੰ ਮਿੱਤਰ ਆਖਿਆ ਤੇ ਵੀ ਆਖਿਆ ਕਿ ਇਹਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਮਿੱਤਰਾਂ ਦੇ ਬਦਲੇ ਦੇਵੇ, ਤਾਂ ਪ੍ਰਭੂ ਯਿਸੂ ਨੇ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਸਾਬਤ ਕਰਕੇ ਵੀ ਵਿਖਾਇਆ। ਜਦੋਂ ਵੀ ਤੁਸੀਂ ਪ੍ਰਭੂ ਯਿਸੂ ਦੀ ਸਲੀਬ ਉੱਤੇ ਟੰਗੇ ਹੋਣ ਦੀ ਤਸਵੀਰ ਨੂੰ ਵੇਖਦੇ ਹੋ ਤਾਂ ਇਹ ਸਿਰਫ ਪਰਮੇਸ਼ਵਰ ਦੇ ਪਿਆਰ ਦੀ ਹੀ ਨਹੀਂ, ਪਰ ਇਹ ਇੱਕ ਸਾਡੇ ਨਾਲ ਉਸ ਦੀ ਮਿੱਤਰਤਾ ਨਿਭਾਉਣ ਦੀ ਵੀ ਤਸਵੀਰ ਹੈ। ਉਸ ਨੇ ਆਪਣੀ ਜਾਨ ਦੇ ਕੇ ਇਹ ਸਾਬਿਤ ਕੀਤਾ ਕਿ ਉਸ ਦੀ ਮਿੱਤਰਤਾ ਸਾਡੇ ਨਾਲ ਸੱਚੀ ਮਿੱਤਰਤਾ ਹੈ। ਪਿਆਰਿਓ, ਭਾਵੇਂ ਤੁਹਾਡੇ ਸੰਸਾਰ ਵਿੱਚ ਕਿੰਨੇ ਵੀ ਦੋਸਤ ਕਿਉਂ ਨਾ ਹੋਣ, ਪਰ ਪ੍ਰਭੂ ਯਿਸੂ ਤੋਂ ਵੱਧ ਪਿਆਰ ਕਰਨ ਵਾਲਾ ਸੱਚਾ ਦੋਸਤ ਕੋਈ ਨਹੀਂ ਹੋ ਸਕਦਾ ਹੈ। ਇੱਕ ਅਜਿਹਾ ਮਿੱਤਰ ਜਿਸ ਨੇ ਸਾਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਸੀ। ਨੰਬਰ 2, ਮਿੱਤਰਤਾ ਵਿੱਚ ਕੋਈ ਲੁਕੋ ਨਹੀਂ ਹੁੰਦਾ। ਫਰੈਂਡਸ਼ਿਪ ਨੀਡਸ ਓਪਨਨੈਸ। ਪਿਆਰਿਓ, ਸੱਚੀ ਮਿੱਤਰਤਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਇੱਕ ਦੂਜੇ ਤੋਂ ਕੁਝ ਵੀ ਲੁਕੋ ਕੇ ਨਾ ਰੱਖਿਆ ਜਾਵੇ। ਸੱਚੇ ਦੋਸਤ ਇੱਕ ਦੂਜੇ ਦੀਆਂ ਸਭੇ ਗੱਲਾਂ ਜਾਣਦੇ ਹਨ। ਪ੍ਰਭੂ ਯਿਸੂ ਨੇ ਯਹੂਨਾ 15 ਅਧਿਆਇ ਉਸਦੀ 15 ਆਇਤ ਵਿੱਚ ਆਖਿਆ, ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ, ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹਦਾ ਮਾਲਿਕ ਕੀ ਕਰਦਾ ਹੈ, ਪਰ ਮੈਂ ਤੁਹਾਨੂੰ ਮਿੱਤਰ ਕਰਕੇ ਆਖਿਆ, ਕਿਉਂ ਜੋ ਮੈਂ ਪਿਤਾ ਦੇ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ। ਪ੍ਰਭੂ ਯਿਸੂ ਮਿੱਤਰਤਾ ਵਿੱਚ ਇਸ ਗੱਲ ਨੂੰ ਜਾਣਦਾ ਸੀ। ਇਸੇ ਕਰਕੇ ਹੀ ਉਹ ਸਭ ਜੋ ਕੁਝ ਉਸ ਦਾ ਪਿਤਾ ਉਸ ਨੂੰ ਦੱਸਦਾ ਹੈ, ਉਹ ਸਭ ਸਾਨੂੰ ਵੀ ਦੱਸਦਾ ਹੈ। ਇੰਨਾ ਹੀ ਨਹੀਂ, ਜਿਹੜੀ ਸ਼ਕਤੀ ਪਿਤਾ ਨੇ ਉਸ ਨੂੰ ਦਿੱਤੀ ਸੀ ਉਹ ਉਸਨੇ ਸਾਨੂੰ ਵੀ ਦਿੱਤੀ ਹੈ। ਜਿਵੇਂ ਯਿਸੂ ਰੋਗੀਆਂ ਨੂੰ ਚੰਗਿਆ ਕਰਦਾ ਸੀ, ਉਸਨੇ ਆਪਣੇ ਮਿੱਤਰਾਂ ਨੂੰ ਵੀ ਉਹੀ ਸ਼ਕਤੀ ਦੇਣ ਦਾ ਵਾਅਦਾ ਕੀਤਾ। ਜੋ ਕੁਝ ਵੀ ਕਰਨ ਦੀ ਉਹ ਸ਼ਕਤੀ ਰੱਖਦਾ ਸੀ, ਉਹ ਉਸਨੇ ਸਾਥੋਂ ਲੁਕੋ ਕੇ ਨਹੀਂ ਰੱਖੀ। ਉਹ ਆਪਣੇ ਚੇਲਿਆਂ ਨਾਲ ਜਾਂ ਆਪਣੇ ਮਿੱਤਰਾਂ ਨਾਲ ਉਸ ਨੂੰ ਸਾਂਝਾ ਕਰਨਾ ਚਾਹੁੰਦਾ ਸੀ। ਇਸ ਦੀ ਇੱਕ ਉਦਾਹਰਨ ਸਾਨੂੰ ਉਦੋਂ ਮਿਲਦੀ ਹੈ ਜਦੋਂ ਯਿਸੂ ਪਾਣੀ ਤੇ ਚੱਲਦਾ ਹੋਇਆ ਆ ਰਿਹਾ ਸੀ, ਤਾਂ ਪਤਰਸ ਉਸ ਦੇ ਮਿੱਤਰ ਨੇ ਵੀ ਉਸੇ ਤਰ੍ਹਾਂ ਹੀ ਕਰਨ ਦੀ ਸ਼ਕਤੀ ਉਸ ਨੂੰ ਦੇਣ ਲਈ ਆਖਿਆ। ਪ੍ਰਭੂ ਯਿਸੂ ਇੱਕ ਅਜਿਹਾ ਮਿੱਤਰ ਹੈ ਜੋ ਸਭ ਜੋ ਉਸ ਦਾ ਪਿਤਾ ਉਸ ਨੂੰ ਦੱਸਦਾ ਅਤੇ ਦਿੰਦਾ ਹੈ, ਉਹ ਸਭ ਆਪਣੇ ਮਿੱਤਰਾਂ ਅਰਥਾਤ ਆਪਣੇ ਚੇਲਿਆਂ ਨਾਲ ਸਾਂਝਾ ਕਰਦਾ ਹੈ।
उसने पतरस ਨੂੰ ਆਖਿਆ ਆ ਤੇ ਅਗਲੇ ਹੀ ਪਲ ਪਤਰਸ ਵੀ ਯਸੂ ਵਾਂਗ ਹੀ ਪਾਣੀ ਤੇ ਚੱਲਣ ਲੱਗ ਪਿਆ ਸੀ। ਪਿਆਰਿਓ, ਸੰਸਾਰ ਵਿੱਚ ਜਦੋਂ ਸਾਡੇ ਦੋਸਤ ਹੁੰਦੇ ਹਨ ਤਾਂ ਉਹ ਸਾਨੂੰ ਕਦੇ ਵੀ ਆਪਣੇ ਤੋਂ ਅੱਗੇ ਲੰਘਦਾ ਵੇਖ ਕੇ ਸ਼ਾਇਦ ਹੀ ਖੁਸ਼ ਹੋਣ, ਪਰ ਪ੍ਰਭੂ ਯਸੂ ਇੱਕ ਅਜਿਹਾ ਦੋਸਤ ਨਹੀਂ ਹੈ। ਉਸਨੇ ਤਾਂ ਯਹੂਨਾ 14 ਦੇ ਉਸਦੀ 12 ਵਿੱਚ ਇੱਥੋਂ ਤੱਕ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ, ਸਗੋਂ ਇਹਨਾਂ ਨਾਲੋਂ ਵੀ ਵੱਡੇ ਕੰਮ ਕਰੇਗਾ। ਦੋਸਤੋ, ਪ੍ਰਭੂ ਯਸੂ ਇੱਕ ਅਜਿਹਾ ਸੱਚਾ ਦੋਸਤ ਹੈ ਜਿਹੜਾ ਸਾਨੂੰ ਉਸ ਤੋਂ ਵੱਡੇ ਕੰਮ ਕਰਨ ਲਈ ਆਖਦਾ ਹੈ। ਜੋ ਕੁਝ ਵੀ ਪ੍ਰਭੂ ਯਸੂ ਨੇ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ ਉਸ ਨੇ ਸਭ ਸਾਡੇ ਨਾਲ ਸਾਂਝਾ ਕੀਤਾ। ਉਸ ਨੇ ਕਿਸੇ ਵੀ ਗੱਲ ਦਾ ਕਦੇ ਵੀ ਲੁਕੋ ਨਹੀਂ ਰੱਖਿਆ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਕਿਸੇ ਗੱਲ ਦਾ ਉਸ ਤੋਂ ਲੁਕੋ ਨਾ ਰੱਖੀਏ ਤੇ ਆਪਣੀ ਹਰ ਗੱਲ, ਹਰ ਭੇਤ ਉਸ ਨਾਲ ਸਾਂਝਾ ਕਰੀਏ ਤੇ ਹਰ ਗੱਲ ਲਈ ਉਸ ਦੇ ਅੱਗੇ ਇਕਰਾਰ ਕਰੀਏ। ਉਹ ਸਾਡੇ ਭੇਤ ਸਿਰਫ ਆਪਣੇ ਕੋਲ ਹੀ ਰੱਖਦਾ ਹੈ ਤੇ ਸਾਨੂੰ ਉੱਤਮ ਸਲਾਹ ਦਿੰਦਾ ਹੈ। ਉਸ ਨਾਲ ਸਾਂਝੀਆਂ ਕੀਤੀਆਂ ਗੱਲਾਂ ਉਹ ਕਿਸੇ ਹੋਰ ਨਾਲ ਸਾਂਝਾ ਨਹੀਂ ਕਰਦਾ ਹੈ। ਸੰਸਾਰ ਵਿੱਚ ਅਜਿਹੇ ਕਿਸੇ ਦੋਸਤ ਨੂੰ ਲੱਭਣਾ ਸਾਡੇ ਲਈ ਬਹੁਤ ਮੁਸ਼ਕਿਲ ਹੈ। ਨੰਬਰ 3, ਮਿੱਤਰਤਾ ਵਿੱਚ ਸਮਾਂ ਦੇਣ ਦੀ ਲੋੜ ਹੁੰਦੀ ਹੈ। ਫਰੈਂਡਸ਼ਿਪ ਨੀਡਸ ਟਾਈਮ। ਪਿਆਰਿਓ, ਕਿਸੇ ਵੀ ਨਾਲ ਗੂੜੀ ਮਿੱਤਰਤਾ ਉਦੋਂ ਹੁੰਦੀ ਹੈ ਜਦੋਂ ਉਹਨਾਂ ਆਪਣੇ ਮਿੱਤਰਾਂ ਨਾਲ ਸਮਾਂ ਬਿਤਾਇਆ ਹੁੰਦਾ ਹੈ। ਜਿਸ ਕਿਸੇ ਨਾਲ ਅਸੀਂ ਸਮਾਂ ਨਹੀਂ ਬਿਤਾਉਂਦੇ ਉਹ ਸਾਡਾ ਮਿੱਤਰ ਕਦੇ ਵੀ ਨਹੀਂ ਹੋ ਸਕਦਾ। ਅਸਲ ਵਿੱਚ ਮਿੱਤਰਤਾ ਲਈ ਇੱਕ ਦੂਜੇ ਨੂੰ ਸਮਾਂ ਦੇਣ ਦੀ ਲੋੜ ਹੁੰਦੀ ਹੈ। ਜਿਨ੍ਹਾਂ ਦੋਸਤਾਂ ਨੇ ਜਿੰਨਾ ਜ਼ਿਆਦਾ ਸਮਾਂ ਇਕੱਠੇ ਬਿਤਾਇਆ ਹੁੰਦਾ ਹੈ ਉਨਾ ਹੀ ਜ਼ਿਆਦਾ ਉਹ ਗੂੜੇ ਮਿੱਤਰ ਹੁੰਦੇ ਹਨ। ਪ੍ਰਭੂ ਯਸੂ ਮਿੱਤਰਤਾ ਦੀ ਇਸ ਲੋੜ ਨੂੰ ਵੀ ਜਾਣਦਾ ਸੀ। ਇਸੇ ਕਰਕੇ ਹੀ ਉਸਨੇ ਯਹੂਨਾ 14 ਅਧਿਆਇ ਉਸਦੀ 18 ਆਇਤ ਵਿੱਚ ਆਖਿਆ ਸੀ, ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ। ਮੱਤੀ 28 ਅਧਿਆਇ ਉਸਦੀ 20 ਆਇਤ ਵਿੱਚ ਵੀ ਉਸਨੇ ਆਪਣੇ ਚੇਲਿਆਂ ਨੂੰ ਆਖਿਆ ਸੀ, ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਜੇਕਰ ਚੇਲੇ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਜੋ ਉਸਨੇ ਹੁਕਮ ਦਿੱਤਾ ਸੀ ਤਾਂ ਉਸਨੇ ਯੁੱਗ ਦੇ ਅੰਤ ਤੀਕਰ ਉਹਨਾਂ ਦੇ ਨਾਲ ਹੋਣ ਦਾ ਵਾਅਦਾ ਕੀਤਾ ਸੀ। ਪ੍ਰਭੂ ਯਸੂ ਮਿੱਤਰਤਾ ਦੀ ਇਸ ਲੋੜ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ। ਇਸੇ ਕਰਕੇ ਹੀ ਉਹ ਪਵਿੱਤਰ ਆਤਮਾ ਰਾਹੀਂ ਹਰ ਵੇਲੇ ਸਾਡੇ ਨਾਲ ਹੁੰਦਾ ਹੈ। ਇੰਨਾ ਹੀ ਨਹੀਂ, ਉਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਗੂੜੀ ਮਿੱਤਰਤਾ ਲਈ ਵੱਧ ਤੋਂ ਵੱਧ ਸਮਾਂ ਉਸ ਦੇ ਨਾਲ ਬਿਤਾਈਏ। ਪ੍ਰਭੂ ਯਸੂ ਤਾਂ ਸਾਡੇ ਨਾਲ ਹਰ ਸਮੇਂ ਹੋਣ ਦਾ ਵਾਅਦਾ ਕਰਦੇ ਹਨ, ਪਰ ਅਸੀਂ ਕਿੰਨਾ ਕੁ ਸਮਾਂ ਉਸ ਨਾਲ ਬਿਤਾਉਂਦੇ ਹਾਂ ਇਹੋ ਸਾਡੀ ਮਿੱਤਰਤਾ ਨੂੰ ਪ੍ਰਭਾਵਿਤ ਕਰੇਗਾ। ਪ੍ਰਭੂ ਯਸੂ ਉਹ ਸ਼ਬਦ ਹਨ ਜੋ ਦੇਹਧਾਰੀ ਹੋਏ ਸਨ ਅਤੇ ਜਦੋਂ ਤੁਸੀਂ ਵਚਨ ਨੂੰ ਪੜ੍ਹਦੇ ਹੋ ਤਾਂ ਤੁਸੀਂ ਉਸ ਨਾਲ ਸਮਾਂ ਬਿਤਾਉਂਦੇ ਹੋ। ਜੇਕਰ ਅਸੀਂ ਦਿਨ ਵਿੱਚ ਸਿਰਫ 2 ਜਾਂ 5 ਮਿੰਟ ਹੀ ਉਸ ਨਾਲ ਬਿਤਾਉਂਦੇ ਹਾਂ ਤਾਂ ਸਾਡੀ ਮਿੱਤਰਤਾ ਜ਼ਿਆਦਾ ਗੂੜੀ ਨਹੀਂ ਹੋਵੇਗੀ, ਕਿਉਂਕਿ ਮਿੱਤਰਤਾ ਵਿੱਚ ਇੱਕ ਦੂਜੇ ਨੂੰ ਸਮਾਂ ਦੇਣ ਦੀ ਲੋੜ ਹੁੰਦੀ ਹੈ। ਪ੍ਰਭੂ ਸਾਡੇ ਨਾਲ ਕਦੇ ਵੀ ਆਪਣੀ ਮਿੱਤਰਤਾ ਤੋੜਦਾ ਨਹੀਂ ਹੈ। ਸਿਰਫ ਅਸੀਂ ਹੀ ਜਦੋਂ ਉਸ ਨਾਲ ਸਮਾਂ ਨਹੀਂ ਬਿਤਾਉਂਦੇ ਜਾਂ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਸੀਂ ਉਸ ਨਾਲ ਮਿੱਤਰਤਾ ਤੋੜ ਲੈਂਦੇ ਹਾਂ। ਜਿੰਨਾ ਜ਼ਿਆਦਾ ਸਮਾਂ ਅਸੀਂ ਉਸ ਨਾਲ ਬਿਤਾਵਾਂਗੇ ਉਨਾ ਹੀ ਜ਼ਿਆਦਾ ਅਸੀਂ ਉਸ ਨਾਲ ਗੂੜੀ ਦੋਸਤੀ ਰੱਖਾਂਗੇ। ਪਿਆਰਿਓ, ਅਸੀਂ ਮਿੱਤਰਤਾ ਸੰਬੰਧੀ 3 ਗੱਲਾਂ ਤੇ ਗੌਰ ਕੀਤਾ ਹੈ। ਸੰਸਾਰ ਵਿੱਚ ਸਾਡੇ ਮਿੱਤਰ ਹੋਣਾ ਵੀ ਜ਼ਰੂਰੀ ਹੈ, ਪਰ ਸੰਸਾਰ ਦਾ ਕੋਈ ਵੀ ਮਿੱਤਰ ਯਸੂ ਵਰਗਾ ਸਾਡਾ ਸੱਚਾ ਮਿੱਤਰ ਨਹੀਂ ਹੋ ਸਕਦਾ ਹੈ। ਮਿੱਤਰਤਾ ਬਲੀਦਾਨ ਦੀ ਮੰਗ ਕਰਦੀ ਹੈ ਅਤੇ ਭਾਵੇਂ ਕਿ ਸਾਡੇ ਸੰਸਾਰਿਕ ਮਿੱਤਰ ਕੁਝ ਵੀ ਸਾਡੇ ਲਈ ਬਲੀਦਾਨ ਕਿਉਂ ਨਾ ਕਰਨ, ਯਸੂ ਦਾ ਸਾਡੀ ਮਿੱਤਰਤਾ ਲਈ ਕੀਤਾ ਹੋਇਆ ਬਲੀਦਾਨ ਉਹਨਾਂ ਸਭਨਾਂ ਤੇ ਭਾਰੀ ਹੈ। ਮਿੱਤਰਤਾ ਵਿੱਚ ਕੋਈ ਲੁਕੋ ਨਹੀਂ ਹੁੰਦਾ। ਯਸੂ ਨੇ ਜੋ ਵੀ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ ਉਸਨੇ ਕਦੇ ਵੀ ਕੁਝ ਸਾਡੇ ਤੋਂ ਲੁਕੋਇਆ ਨਹੀਂ। ਉਹੀ ਸ਼ਕਤੀ ਉਸਨੇ ਆਪਣੇ ਚੇਲਿਆਂ ਨਾਲ ਵੀ ਸਾਂਝੀ ਕੀਤੀ ਅਤੇ ਅੱਜ ਵੀ ਉਹ ਸਾਥੋਂ ਕੁਝ ਵੀ ਲੁਕੋ ਕੇ ਨਹੀਂ ਰੱਖਦਾ ਹੈ ਅਤੇ ਆਪਣੇ ਪਿਤਾ ਤੋਂ ਮਿਲੀ ਹਰ ਚੀਜ਼ ਸਾਡੇ ਨਾਲ ਸਾਂਝੀ ਕਰਦਾ ਹੈ। ਅਤੇ ਇੱਥੋਂ ਤੱਕ ਕਿ ਆਪਣੇ ਸਵਰਗੀ ਪਿਤਾ ਨੂੰ ਵੀ ਪਿਤਾ ਕਹਿਣ ਦਾ ਹੱਕ ਜਿਹੜਾ ਸਿਰਫ ਉਸ ਕੋਲ ਸੀ ਉਸਨੇ ਸਾਡੇ ਨਾਲ ਵੀ ਸਾਂਝਾ ਕੀਤਾ ਹੈ। ਮਿੱਤਰਤਾ ਵਿੱਚ ਸਮਾਂ ਦੇਣ ਦੀ ਲੋੜ ਹੁੰਦੀ ਹੈ ਅਤੇ ਪ੍ਰਭੂ ਯਸੂ ਹਰ ਵੇਲੇ ਸਾਡੇ ਨਾਲ ਹੋਣ ਦਾ ਵਾਅਦਾ ਕਰਦਾ ਹੈ। ਦੋਸਤੋ, ਪ੍ਰਭੂ ਯਸੂ ਸਾਡਾ ਸਭ ਤੋਂ ਸੱਚਾ ਮਿੱਤਰ ਹੈ, ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਅਸੀਂ ਵੀ ਉਸ ਦੇ ਸੱਚੇ ਦੋਸਤ ਹਾਂ? ਤੁਹਾਡੇ ਵਿੱਚੋਂ ਹਰ ਸੁਣਨ ਵਾਲਾ ਆਪਣੇ ਲਈ ਇਸ ਦਾ ਉੱਤਰ ਜਾਣਦਾ ਹੈ। ਜੇਕਰ ਨਹੀਂ ਤਾਂ ਉਹ ਅਸੀਂ ਅੱਜ ਤੋਂ ਉਸ ਨੂੰ ਆਪਣਾ ਸਭ ਤੋਂ ਸੱਚਾ ਮਿੱਤਰ ਬਣਾਈਏ। ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।